ਰਾਜਨੀਤੀ ਨੂੰ ਅਕਸਰ ਵੋਟਾਂ ਤੇ ਵਾਅਦਿਆਂ ਦੀ ਖੇਡ ਸਮਝਿਆ ਜਾਂਦਾ ਹੈ, ਪਰ ਕੀ ਹੋਵੇ ਜੇ ਅਸੀਂ ਇਸ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖੀਏ, ਇੱਕ ਇੰਜੀਨੀਅਰਿੰਗ ਦੀ ਸਮੱਸਿਆ ਵਾਂਗ, ਇੱਕ ਅਜਿਹਾ ਸਿਸਟਮ ਜਿਸ ਨੂੰ ਡੇਟਾ ਦੀ ਮਦਦ ਨਾਲ ਲੋਕਾਂ ਲਈ ਬਿਹਤਰ ਬਣਾਇਆ ਜਾ ਸਕਦਾ ਹੈ। ਆਓ ਅੱਜ ਸ਼ਾਸਨ ਦੇ ਇਸੇ ਨਵੇਂ ਬਲੂਪ੍ਰਿੰਟ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਗੱਲ ਹੈ ਨਾ ਕਿਤੇ ਸਾਡੇ ਸਾਰਿਆਂ ਦੇ ਦਿਲ ਨੂੰ ਛੂੰਹਦੀ ਏ। ਚੋਣਾਂ ਹੁੰਦੀਆਂ ਨੇ, ਵਾਅਦੇ ਹੁੰਦੇ ਨੇ ਤੇ ਫਿਰ ਚਲੀਆਂ ਜਾਂਦੀਆਂ ਨੇ, ਪਰ ਜਿਹੜੀਆਂ ਸਾਡੀਆਂ ਰੋਜ਼ਮਰਰਾ ਦੀਆਂ ਮੁਸ਼ਕਿਲਾਂ ਨੇ ਉਹ ਮੌਸਮਾਂ ਵਾਂਗ ਬਦਲਦੀਆਂ ਨਹੀਂ, ਉੱਥੇ ਹੀ ਖੜੀਆਂ ਰਹਿੰਦੀਆਂ ਨੇ। ਇਹੀ ਉਹ ਚੱਕਰ ਹੈ ਜਿਸ ਨੂੰ ਤੋੜਨ ਦੀ ਅੱਜ ਗੱਲ ਹੋਵੇਗੀ। ਤਾਂ ਫਿਰ ਅਸਲੀ ਸਵਾਲ ਇਹ ਬਣਦਾ ਹੈ, ਕੀ ਇਹ ਚੱਕਰ ਟੁੱਟ ਸਕਦਾ ਹੈ? ਕੀ ਅਸੀਂ ਇਸ ਵਿੱਚ ਫਸੇ ਰਹਿਣ ਲਈ ਮਜਬੂਰ ਹਾਂ, ਜਾਂ ਫਿਰ ਕੋਈ ਅਜਿਹਾ ਰਾਹ ਹੈ ਜਿਹੜਾ ਸਾਨੂੰ ਇੱਕ ਬਿਹਤਰ ਸ਼ਾਸਨ ਵੱਲ ਲੈ ਕੇ ਜਾ ਸਕਦਾ ਹੈ? ਇਸ ਸਵਾਲ ਦਾ ਜਵਾਬ ਲੱਭਣ ਲਈ ਸਭ ਤੋਂ ਪਹਿਲਾਂ ਸਾਨੂੰ ਸਮੱਸਿਆ ਦੀ ਜੜ ਨੂੰ ਸਮਝਣਾ ਪਵੇਗਾ, ਤੇ ਇਹ ਜੜ ਹੈ ਗਵਰਨੈਂਸ ਗੈਪ, ਯਾਨੀ ਸ਼ਾਸਨ ਵਿੱਚ ਇੱਕ ਵੱਡਾ ਪਾੜਾ। ਆਓ ਦੇਖੀਏ ਇਹ ਅਸਲ ਵਿੱਚ ਹੈ ਕੀ। ਦੇਖੋ, ਇਹ ਪਾੜਾ ਕੋਈ ਇੱਕ ਥਾਂ ਤੇ ਨਹੀਂ ਹੈ, ਇਹ ਕਈ ਪੱਧਰਾਂ ਤੇ ਹੈ। ਇੱਕ ਪਾਸੇ ਨੇਤਾ ਵਾਅਦੇ ਕਰਦੇ ਨੇ, ਦੂਜੇ ਪਾਸੇ ਲੋਕਾਂ ਦੀਆਂ ਅਸਲ ਲੋੜਾਂ ਕੁਝ ਹੋਰ ਹੁੰਦੀਆਂ ਨੇ। ਇੱਕ ਪਾਸੇ ਚੋਣਾਂ ਜਿੱਤਣ ਦੀ ਜਲਦਬਾਜ਼ੀ ਹੁੰਦੀ ਹੈ, ਦੂਜੇ ਪਾਸੇ ਦੇਸ਼ ਲਈ ਲੰਬੇ ਸਮੇਂ ਦੇ ਹੱਲ ਦੀ ਲੋੜ। ਪਰ ਸਭ ਤੋਂ ਜ਼ਰੂਰੀ ਗੱਲ, ਇਹ ਕਿਸੇ ਇੱਕ ਬੰਦੇ ਦੀ ਗਲਤੀ ਨਹੀਂ, ਇਹ ਪੂਰੇ ਸਿਸਟਮ, ਪੂਰੇ ਢਾਂਚੇ ਦੀ ਕਮਜ਼ੋਰੀ ਹੈ। ਜੇ ਬਿਮਾਰੀ ਸਿਸਟਮ ਵਿੱਚ ਹੈ ਤਾਂ ਇਲਾਜ ਵੀ ਤਾਂ ਸਿਸਟਮ ਦਾ ਹੀ ਕਰਨਾ ਪਵੇਗਾ, ਹੈ ਨਾ? ਸਿਰਫ ਚਿਹਰੇ ਬਦਲਣ ਨਾਲ ਗੱਲ ਨਹੀਂ ਬਣਨੀ। ਇਸ ਲਈ ਸਾਨੂੰ ਇੱਕ ਨਵੇਂ ਬਲੂਪ੍ਰਿੰਟ, ਇੱਕ ਨਵੇਂ ਨਕਸ਼ੇ ਦੀ ਲੋੜ ਹੈ। ਇਸ ਨਵੇਂ ਨਕਸ਼ੇ ਦਾ ਦਿਲ ਹੈ ਗਵਰਨੈਂਸ ਇੰਜੀਨੀਅਰਿੰਗ। ਹੁਣ ਇਹ ਕੋਈ ਔਖਾ ਸ਼ਬਦ ਨਹੀਂ ਹੈ, ਇਸ ਦਾ ਸਿੱਧਾ-ਸਾਦਾ ਮਤਲਬ ਹੈ ਰਾਜਨੀਤੀ ਨੂੰ ਭਾਸ਼ਣਬਾਜ਼ੀ ਤੋਂ ਹਟਾ ਕੇ ਇਸ ਨੂੰ ਇੱਕ ਵਿਗਿਆਨ ਵਾਂਗ ਦੇਖਣਾ। ਇੱਕ ਅਜਿਹਾ ਵਿਗਿਆਨ ਜਿੱਥੇ ਡਾਟਾ, ਡਿਜ਼ਾਈਨ ਤੇ ਡਿਲੀਵਰੀ, ਮਤਲਬ ਕੰਮ ਲੋਕਾਂ ਤੱਕ ਪਹੁੰਚਾਉਣ ਤੇ ਜ਼ੋਰ ਹੋਵੇ। ਤੇ ਇਸ ਸਭ ਦੇ ਪਿੱਛੇ ਸੋਚ ਬਹੁਤ ਸਾਫ਼ ਹੈ। ਮਕਸਦ ਸਿਰਫ ਚੋਣਾਂ ਜਿੱਤਣਾ ਨਹੀਂ, ਉਹ ਤਾਂ ਇੱਕ ਪੜਾਅ ਹੈ। ਅਸਲ ਮਕਸਦ ਹੈ ਉਸ ਤਾਕਤ ਨੂੰ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਵਰਤਣਾ। ਰਾਜਨੀਤੀ ਤੋਂ ਵੀ ਪਰੇ ਇੱਕ ਵੱਡਾ ਮਕਸਦ। ਤਾਂ ਫਿਰ ਫਰਕ ਕੀ ਹੈ ਪੁਰਾਣੇ ਤੇ ਨਵੇਂ ਤਰੀਕੇ ਵਿੱਚ? ਦੇਖੋ, ਪੁਰਾਣਾ ਮਾਡਲ ਇੱਕ ਲੀਡਰ ਦੇ ਆਲੇ-ਦੁਆਲੇ ਘੁੰਮਦਾ ਸੀ, ਵਾਅਦਿਆਂ ਤੇ ਚੱਲਦਾ ਸੀ, ਪਰ ਨਵਾਂ ਬਲੂਪ੍ਰਿੰਟ ਸਿਸਟਮ ਤੇ ਜ਼ੋਰ ਦਿੰਦਾ ਹੈ, ਵਾਅਦਿਆਂ ਤੇ ਨਹੀਂ, ਸਬੂਤਾਂ ਤੇ। ਇਹ ਵੋਟਰਾਂ ਨੂੰ ਲੁਭਾਉਣ ਦੀ ਖੇਡ ਨਹੀਂ, ਬਲਕਿ ਸ਼ਾਸਨ ਨੂੰ ਇੰਜੀਨੀਅਰ ਕਰਨ ਦੀ ਸਾਇੰਸ ਹੈ। ਹੁਣ ਕੋਈ ਵੀ ਇਮਾਰਤ ਬਣਾਉਣ ਤੋਂ ਪਹਿਲਾਂ ਨੀਂਹ ਦੀ ਜ਼ਮੀਨ ਨੂੰ ਪਰਖਣਾ ਪੈਂਦਾ ਹੈ। ਸ਼ਾਸਨ ਦੀ ਇਮਾਰਤ ਲਈ ਵੀ ਇਹ ਸੱਚ ਹੈ। ਇਸ ਲਈ ਸਾਡਾ ਪਹਿਲਾ ਕਦਮ ਹੈ ਜ਼ਮੀਨ ਦੀ ਆਵਾਜ਼ ਸੁਣਨਾ। ਤੇ ਇਹ ਸੁਣਨਾ ਸਿਰਫ ਵੋਟਾਂ ਮਿਲਣੇ ਦੇ ਸਰਵੇਖਣਾਂ ਤੱਕ ਸੀਮਤ ਨਹੀਂ। ਇਸ ਦਾ ਮਤਲਬ ਹੈ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਸਮਝਣਾ, ਉਹਨਾਂ ਦੇ ਰੋਜ਼ਗਾਰ ਕੀ ਹਨ, ਉਹਨਾਂ ਨੂੰ ਹਰ ਰੋਜ਼ ਕਿਹੜੀਆਂ ਛੋਟੀਆਂ-ਛੋਟੀਆਂ ਦਿੱਕਤਾਂ ਆਉਂਦੀਆਂ ਨੇ, ਕਿ ਸਰਕਾਰੀ ਸਹੂਲਤਾਂ ਅਸਲ ਵਿੱਚ ਉਹਨਾਂ ਤੱਕ ਪਹੁੰਚ ਵੀ ਰਹੀਆਂ ਨੇ, ਤੇ ਸਭ ਤੋਂ ਵੱਧ ਕਿ ਉਹਨਾਂ ਦੇ ਆਤਮ ਸਨਮਾਨ ਦਾ ਖਿਆਲ ਰੱਖਿਆ ਜਾ ਰਿਹਾ। ਅਤੇ ਸਾਰੀ ਪਹੁੰਚ ਸਾਡੇ ਸੰਵਿਧਾਨਿਕ ਮੁੱਲਾਂ ਤੇ ਆਧਾਰਿਤ ਹੈ, ਕਿਉਂਕਿ ਦੇਖੋ, ਹਰ ਨਾਗਰਿਕ ਦਾ ਸਨਮਾਨ ਸਭ ਤੋਂ ਉੱਪਰ ਹੈ, ਤੇ ਇੱਕ ਜ਼ਿੰਮੇਵਾਰ ਅਤੇ ਤੱਥਾਂ ਤੇ ਆਧਾਰਿਤ ਜਨਤਕ ਗੱਲਬਾਤ ਹੀ ਚੰਗੇ ਸ਼ਾਸਨ ਦੀ ਨੀਂਹ ਰੱਖ ਸਕਦੀ ਹੈ। ਠੀਕ ਹੈ, ਤਾਂ ਅਸੀਂ ਜ਼ਮੀਨ ਦੀ ਆਵਾਜ਼ ਸੁਣ ਲਈ, ਡਾਟਾ ਇਕੱਠਾ ਕਰ ਲਿਆ, ਪਰ ਹੁਣ ਅੱਗੇ ਕੀ? ਹੁਣ ਸ਼ੁਰੂ ਹੁੰਦਾ ਹੈ ਅਸਲੀ ਇੰਜੀਨੀਅਰਿੰਗ ਦਾ ਕੰਮ, ਯਾਨੀ ਉਸ ਜਾਣਕਾਰੀ ਤੋਂ ਹੱਲ ਤਿਆਰ ਕਰਨਾ। ਆਓ ਦੇਖੀਏ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਇਸ ਨੂੰ ਇੱਕ ਡਾਕਟਰ ਦੇ ਕੰਮ ਵਾਂਗ ਸਮਝੋ। ਸਭ ਤੋਂ ਪਹਿਲਾਂ ਸਿਸਟਮ ਨੂੰ ਜਾਂਚ ਕੇ ਮਰਜ਼ ਲੱਭਿਆ ਜਾਂਦਾ ਹੈ। ਫਿਰ ਜਿਵੇਂ ਬਲੱਡ ਟੈਸਟ ਹੁੰਦਾ ਹੈ, ਕੁਝ ਖਾਸ ਸੰਕੇਤਾਂ ਤੇ ਨਜ਼ਰ ਰੱਖੀ ਜਾਂਦੀ ਹੈ। ਉਸ ਤੋਂ ਬਾਅਦ ਇਲਾਜ ਦਾ ਪੂਰਾ ਨਕਸ਼ਾ ਤਿਆਰ ਹੁੰਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਗਵਰਨੈਂਸ ਬਲੂਪ੍ਰਿੰਟ। ਤੇ ਅਖੀਰ ਵਿੱਚ ਇਹ ਮਾਪਿਆ ਜਾਂਦਾ ਹੈ ਕਿ ਦਵਾਈ ਅਸਰ ਕਰ ਰਹੀ ਹੈ ਜਾਂ ਨਹੀਂ, ਯਾਨੀ ਕੀ ਸੇਵਾਵਾਂ ਪਹੁੰਚ ਰਹੀਆਂ ਨੇ ਤੇ ਕੀ ਲੋਕਾਂ ਦਾ ਭਰੋਸਾ ਵਧ ਰਿਹਾ ਹੈ। ਆਓ ਇੱਕ ਉਦਾਹਰਣ ਦੇਖੀਏ, ਜਿਵੇਂ ਕਿ ਸ਼ਿਕਾਇਤਾਂ ਦਾ ਨਿਪਟਾਰਾ। ਹੁਣ ਇਹ ਚਾਰਟ ਸਿਰਫ ਨੰਬਰ ਨਹੀਂ ਦੱਸ ਰਿਹਾ। ਜਦੋਂ ਅਸੀਂ ਕਹਿੰਦੇ ਹਾਂ 75% ਮਸਲੇ ਹੱਲ ਹੋ ਗਏ, ਤਾਂ ਇਸ ਦਾ ਮਤਲਬ ਹੈ ਕਿ 100 ਵਿੱਚੋਂ 75 ਪਰਿਵਾਰਾਂ ਦੀ ਸਮੱਸਿਆ ਸੁਣੀ ਗਈ ਤੇ ਉਸ ਦਾ ਹੱਲ ਕੱਢਿਆ ਗਿਆ। ਇਸ ਤਰ੍ਹਾਂ ਸ਼ਾਸਨ ਨੂੰ ਜਜ਼ਬਾਤਾਂ ਨਾਲ ਨਹੀਂ, ਠੋਸ ਨਤੀਜਿਆਂ ਨਾਲ ਮਾਪਿਆ ਜਾਂਦਾ ਹੈ। ਤਾਂ ਅਸੀਂ ਸਮੱਸਿਆ ਨੂੰ ਸਮਝਿਆ, ਇੱਕ ਨਵਾਂ ਬਲੂਪ੍ਰਿੰਟ ਦੇਖਿਆ ਤੇ ਉਸ ਨੂੰ ਲਾਗੂ ਕਰਨ ਦਾ ਤਰੀਕਾ ਵੀ ਦੇਖਿਆ। ਤਾਂ ਫਿਰ ਅਖੀਰ ਵਿੱਚ ਇਸ ਸਭ ਦਾ ਨਿਚੋੜ ਕੀ ਹੈ? ਨਿਚੋੜ ਇਹ ਹੈ ਕਿ ਸ਼ਾਸਨ ਨੂੰ ਇੱਕ ਕਲਾ ਨਹੀਂ, ਬਲਕਿ ਇੱਕ ਵਿਗਿਆਨ ਦੇ ਤੌਰ ਤੇ ਦੇਖਿਆ ਜਾਵੇ। ਅਤੇ ਇਸ ਵਿਗਿਆਨ ਦਾ ਮਕਸਦ ਕੀ ਹੈ? ਇਸ ਦਾ ਮਕਸਦ ਹੈ ਠੋਸ ਨਤੀਜੇ, ਨੌਕਰੀਆਂ, ਚੰਗਾ ਬੁਨਿਆਦੀ ਢਾਂਚਾ, ਭਲਾਈ ਸਕੀਮਾਂ ਦਾ ਸਬੂਤ ਕਿ ਉਹ ਸਹੀ ਬੰਦੇ ਤੱਕ ਪਹੁੰਚੀਆਂ, ਹਰ ਸ਼ਿਕਾਇਤ ਦਾ ਇੱਕ ਤੈਅ ਸਮੇਂ ਵਿੱਚ ਹੱਲ, ਜਿਸ ਨੂੰ ਸਰਵਿਸ ਲੈਵਲ ਐਗਰੀਮੈਂਟ ਕਹਿੰਦੇ ਆ। ਜਦੋਂ ਇਹ ਸਭ ਹੁੰਦਾ ਹੈ ਤਾਂ ਸਿਸਟਮ ਵਿੱਚ ਭਰੋਸਾ ਆਪਣੇ ਆਪ ਬਣਦਾ ਹੈ। ਪਰ ਇੱਕ ਗੱਲ ਬਹੁਤ ਜ਼ਰੂਰੀ ਹੈ,
ਜਦੋਂ ਅਸੀਂ ਡਾਟਾ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਲੋਕਾਂ ਦੀ ਨਿੱਜਤਾ ਦੀ ਰੱਖਿਆ ਕਰਨਾ ਹੈ। ਹਰ ਜਾਣਕਾਰੀ, ਹਰ ਡਾਟਾ ਭਾਰਤ ਦੇ ਕਾਨੂੰਨੀ ਢਾਂਚੇ ਦੇ ਅੰਦਰ ਵਿਅਕਤੀ ਦੀ ਪੂਰੀ ਸਹਿਮਤੀ ਅਤੇ ਸਨਮਾਨ ਨਾਲ ਵਰਤਿਆ ਜਾਂਦਾ ਹੈ। ਟੈਕਨੋਲੋਜੀ ਸੇਵਾ ਲਈ ਹੈ, ਨਿਗਰਾਨੀ ਲਈ ਨਹੀਂ। ਤਾਂ ਅੰਤ ਵਿੱਚ ਆਓ ਰੁਕ ਕੇ ਇੱਕ ਸਵਾਲ ਤੇ ਵਿਚਾਰ ਕਰੀਏ। ਜ਼ਰਾ ਸੋਚੋ, ਜੇ ਸ਼ਾਸਨ ਸਿਰਫ ਇੱਕ ਚੋਣ ਵਾਅਦਾ ਨਾ ਹੁੰਦਾ ਬਲਕਿ ਇੱਕ ਨਿਭਾਇਆ ਗਿਆ ਵਾਅਦਾ ਹੁੰਦਾ ਤਾਂ ਸਾਡਾ ਸਮਾਜ ਕਿਹੋ ਜਿਹਾ ਹੁੰਦਾ? ਜੇ ਤੁਸੀਂ ਇੱਕ ਲੋਕ ਕੇਂਦਰਿਤ ਆਗੂ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ blueprintstrategies.ai ਤੇ। ਈਮੇਲ ਹੈ mgr@blueprintstrategies.ai ਜਾਂ ਕਾਲ ਕਰੋ 080 421 401 702 ਤੇ। ਪਰਪਸ ਬਿਯੋਂਡ ਪੋਲਿਟਿਕਸ।